गुड मॉर्निंग क्लास, वेलकम टू GN वर्चुअल क्लासेस। मैं असिस्टेंट प्रोफेसर सान्या GN गर्ल्स कॉलेज पटियाला तो ਅੱਜ ਤੁਹਾਨੂੰ ਆਪਰੇਸ਼ਨਸ ਆਫ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਨੇ ਉਸ ਬਾਰੇ ਡਿਸਕਸ ਕਰਾਂਗੇ। ਇਸ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਕਿਹੜੇ ਜਿਹੜੇ ਆਪਾਂ ਦੇਖਦੇ ਹਾਂ ਕਿ ਮਲਟੀਨੈਸ਼ਨਲ ਕੰਪਨੀਆਂ ਨੇ ਕਿਵੇਂ ਉਹ ਬਾਹਰਲੇ ਤਰੀਕੇ ਨਾਲ ਡੀਲ ਕਰਦੀਆਂ ਨੇ, ਕਿਵੇਂ ਉਹ ਬਾਹਰਲੇ ਲੋਕਾਂ ਨਾਲ ਮਿਲਦੀਆਂ ਨੇ, ਕਿਸ ਹਿਸਾਬ ਨਾਲ ਉਹ ਮਾਰਕੀਟ ਦੇ ਵਿੱਚ ਐਂਟਰ ਹੁੰਦੀਆਂ ਨੇ, ਕਿਸ ਹਿਸਾਬ ਨਾਲ ਮਾਰਕੀਟ ਦੇ ਵਿੱਚ ਐਗਜ਼ਿਟ ਕਰਦੀਆਂ ਨੇ। ਇਹ ਸਭ ਕੁਝ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ। पिछली वीडियो ਦੇ ਵਿੱਚ ਤੁਸੀਂ ਇਹ ਦੇਖਿਆ ਸੀ ਕਿ ਮਲਟੀਨੈਸ਼ਨਲ ਕੰਪਨੀਆਂ ਹੁੰਦਾ ਕੀ ਹੈ, ਮਲਟੀਨੈਸ਼ਨਲ ਦਾ ਕੰਪਨੀ ਦਾ ਜਿਹੜਾ ਕੰਮ ਹੈ ਉਹ ਕੀ ਹੁੰਦਾ ਹੈ, ਉਸਦੇ ਐਡਵਾਂਟੇजेस ਤੇ ਡਿਸਐਡਵਾਂਟੇजेस ਕੀ ਨੇ, ਇਹ ਸਭ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਵਰ ਕਰਿਆ ਸੀ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਮੈਥਡਸ ਆਫ ਆਪਰੇਸ਼ਨਸ ਆਫ ਮਲਟੀਨੈਸ਼ਨਲ ਕੰਪਨੀਆਂ। ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਹੈ ਉਹ ਬਹੁਤ ਵਾਸਟ ਲੈਵਲ ਤੇ ਕੰਮ ਕਰਦੀਆਂ ਨੇ, ਬਹੁਤ ਬੜਾ ਸਕੋਪ ਹੁੰਦਾ ਹੈ ਉਹਨਾਂ ਦਾ। ਇਸ ਕਰਕੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵੀ ਅਲੱਗ-ਅਲੱਗ ਹੋਣਗੇ, ਲੋਕਾਂ ਨਾਲ ਮੀਟਅਪ ਕਰਨ ਦੇ ਤਰੀਕੇ ਅਲੱਗ ਹੋਣਗੇ, ਇੱਕ ਡਿਫਰੈਂਟ ਮੈਥਡ ਯੂਜ਼ ਕਰਿਆ ਜਾਊਗਾ ਤਾਂ ਕਿ ਆਪਣੇ ਆਪਰੇਸ਼ਨਸ ਨੂੰ ਸਕਸੈਸਫੁਲੀ ਰਨ ਕੀਤਾ ਜਾ ਸਕੇ। ਤਾਂ ਹੁਣ ਆਪਾਂ ਇਹ ਦੇਖਾਂਗੇ ਕਿ ਕਿਹੜੇ-ਕਿਹੜੇ ਮੈਥਡਸ ਉਹ ਯੂਜ਼ ਕਰਦੇ ਨੇ ਤਾਂ ਕਿ ਆਪਣੇ ਆਪਰੇਸ਼ਨ ਜਿਹੜੇ ਨੇ, ਆਪਣੀ ਡੇ ਟੂ ਡੇ ਜਿਹੜੀ ਫਰਮ ਦੀ ਵਰਕਿੰਗ ਹੈ ਜਾਂ ਕੰਪਨੀ ਦੀ ਵਰਕਿੰਗ ਹੈ, ਉਹਨਾਂ ਨੂੰ ਐਕਚੁਅਲ ਦੇ ਵਿੱਚ ਸਕਸੈਸਫੁਲੀ ਚਲਾਇਆ ਜਾਵੇ। ਤਾਂ ਪਹਿਲਾ ਹੈ ਸਬਸਿਡਰੀ ਕੰਪਨੀਆਂ। ਆਪਾਂ ਇਹ ਬਹੁਤ ਕਾਮਨਲੀ ਸੁਣਿਆ ਹੈ ਕਿ ਕੁਝ ਕੰਪਨੀਆਂ ਕਿਸੇ ਦੂਸਰੀ ਕੰਪਨੀ ਦਾ ਸ਼ੇਅਰ ਖਰੀਦ ਲੈਂਦੀਆਂ ਨੇ ਤਾਂ ਕਿ ਉਹਨਾਂ ਦੇ ਬਿਹਾਫ ਤੇ ਉਹ ਕੰਮ ਕਰ ਸਕਣ, ਤੇ ਜਿਹੜੀ ਵੀ ਇਹ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਕੰਟਰੋਲ ਜਿਹੜਾ ਕੀਤਾ ਜਾਂਦਾ ਹੈ ਉਹ ਦੂਸਰੀ ਕੰਪਨੀ ਹੀ ਕੰਟਰੋਲ ਕਰਦੀਆਂ ਨੇ। ਇਸ ਨੂੰ ਮੈਂ ਇੱਕ ਐਗਜ਼ਾਮਪਲ ਦੇ ਥਰੂ ਸਮਝਾਉਂਦੀ ਹਾਂ। ਜਿਵੇਂ ਕਿ ਇਹ ਹੈ ਕੰਪਨੀ ਤੇ ਇੱਕ ਕੰਪਨੀ B ਹੈ, ਠੀਕ ਹੈ, ਤੇ B ਜਿਹੜੀ ਕੰਪਨੀ ਹੈ ਉਹਨਾਂ ਨੇ 50% ਜਾਂ 45% ਸ਼ੇਅਰ ਆਫ ਇਹ ਕੰਪਨੀ ਦਾ ਖਰੀਦ ਲਿਆ ਸੀ, ਜਿਸ ਕਰਕੇ ਜਿਹੜੀ ਵੀ ਕੰਪਨੀ ਇਹਦੇ ਉੱਤੇ ਕੰਟਰੋਲ ਕਰੇਗੀ ਉਹ ਹੋਏਗੀ ਕੰਪਨੀ B, ਕਿਉਂਕਿ ਉਹਨਾਂ ਨੇ ਉਹਨਾਂ ਦਾ ਕੁਝ ਸ਼ੇਅਰ ਖਰੀਦ ਲਿਆ ਸੀ। ਤੇ ਜਿਹੜੀ ਕੰਪਨੀ B ਹੈ ਉਸਨੂੰ ਆਪਾਂ ਇਹ ਕੰਪਨੀ ਦਾ ਸਬਸਿਡਰੀ ਕੰਪਨੀ ਟ੍ਰੀਟ ਕਰਾਂਗੇ। ਤਾਂ ਇਸ ਤੋਂ ਆਪਾਂ ਇਹ ਦੇਖਿਆ ਕਿ ਜਿਹੜੀ ਕੰਪਨੀ B ਸੀ ਉਸ ਦਾ ਇੱਕ ਸਬਸਿਡਰੀ, ਇਹ ਕੰਪਨੀ ਦਾ ਇੱਕ ਸਬਸਿਡਰੀ ਪਾਰਟ ਬਣ ਗਿਆ ਤਾਂ ਕਿ ਉਹ ਵਰਕਿੰਗ ਦੇ ਵਿੱਚ ਉਸਨੂੰ ਲੈ ਕੇ ਆਉਣ। ਤੇ ਜਿਹੜੀ ਵੀ ਇਹ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਦੂਸਰਾ ਨਾਮ ਇਹ ਦੇ ਸਕਦੇ ਹਾਂ ਕਿ ਉਹਨਾਂ ਨੂੰ ਆਪਾਂ ਪੈਰੈਂਟ ਕੰਪਨੀ ਵੀ ਕਹਿੰਦੇ ਹਾਂ। ਪੈਰੈਂਟ ਕੰਪਨੀ ਮਤਲਬ ਉਹ ਕੰਪਨੀਆਂ ਜੋ ਆਪਾਂ ਨੂੰ ਰੈਗੂਲੇਟ ਕਰਨਗੀਆਂ, ਆਪਣੇ ਨਾਲ ਡੀਲਿੰਗ ਕਰਨਗੀਆਂ, ਆਪਣੇ ਨਾਲ ਆਪਣੀ ਕੰਪਨੀ ਦੇ ਵਿੱਚ ਸਪੋਰਟ ਕਰਨਗੀਆਂ। ਤੇ ਜਿਹੜਾ ਇਸਦਾ ਸ਼ੇਅਰ ਹੋਏਗਾ ਉਹ 50% ਤੋਂ ਜ਼ਿਆਦਾ ਹੋਣਾ ਚਾਹੀਦਾ ਹੈ, ਉਸ ਤੋਂ ਘੱਟ ਉਹ ਨਹੀਂ ਹੋ ਸਕਦਾ, ਜਿਸ ਕਰਕੇ ਉਹ ਆਪਣੇ ਆਪ ਨੂੰ ਸਬਸਿਡਰੀ ਕੰਪਨੀ ਕਹਿਲਾ ਸਕੇ। ਤੇ ਜਿਹੜਾ ਵੀ ਇਹ ਮੈਥਡ ਹੈ, ਜਿਹੜਾ ਵੀ ਇਹ ਸਬਸਿਡਰੀ ਕੰਪਨੀ ਦਾ ਮੈਥਡ ਹੈ, ਇਹ ਅੱਜ ਕੱਲ੍ਹ ਬਹੁਤ ਕਾਮਨਲੀ ਯੂਜ਼ ਕੀਤਾ ਜਾਂਦਾ ਹੈ। ਲੋਕੀ ਇਸ ਨੂੰ ਬਹੁਤ ਜ਼ਿਆਦਾ ਵਾਈਡ ਲੈਵਲ ਤੇ ਯੂਜ਼ ਕਰਦੇ ਨੇ। ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਵੀ ਇਹ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਸਬਸਿਡਰੀ ਕੰਪਨੀ ਦਾ ਨਾਮ ਦੇ ਸਕਦੇ ਹਾਂ। ਨੈਕਸਟ ਮੈਥਡ ਆਫ ਆਪਰੇਸ਼ਨ ਹੈ ਬ੍ਰਾਂਚਿਸ। ਆਪਾਂ ਇਹ ਦੇਖਦੇ ਹਾਂ ਕਿ ਮਲਟੀਨੈਸ਼ਨਲ ਕੰਪਨੀਆਂ ਉਸ ਹਿਸਾਬ ਨਾਲ ਕਲਾਸੀਫਾਈ ਕੀਤੀਆਂ ਜਾਂਦੀਆਂ ਕਿਉਂਕਿ ਉਹਨਾਂ ਦੀ ਅੱਗੇ ਬ੍ਰਾਂਚਿਸ ਕਿਸੇ ਹੋਰ ਫੋਰਨ ਕੰਟਰੀ ਦੇ ਵਿੱਚ ਜਾਂ ਕਿਸੇ ਹੋਰ ਕੰਟਰੀਜ਼ ਦੇ ਵਿੱਚ ਓਪਨ ਹੁੰਦੀਆਂ ਨੇ। ਤਾਂ ਹੀ ਆਪਾਂ ਕਿਸੇ ਵੀ ਕੰਪਨੀ ਨੂੰ ਇੱਕ ਮਲਟੀਨੈਸ਼ਨਲ ਕੰਪਨੀ ਦੇ ਨਾਮ ਤੋਂ ਜਾਣਦੇ ਹਾਂ। ਤਾਂ ਬ੍ਰਾਂਚਿਸ ਕੀ ਹੋਈਆਂ? ਬ੍ਰਾਂਚਿਸ ਹੋਈਆਂ ਜਿਹੜੀ ਵੀ ਕੰਪਨੀਆਂ ਕਿਸੇ ਦੇ ਸਬ ਪਾਰਟਸ ਖੁੱਲ ਜਾਣ। ਇਹ ਕੰਪਨੀ ਜਿਹੜੀ ਹੈ ਉਸਦੇ ਵਿੱਚ ਜਿਹੜੇ ਸਬ ਪਾਰਟਸ B, C, D ਇਹ ਸਭ ਇਸਦੇ ਸਬ ਪਾਰਟਸ ਹੋ ਗਏ ਜੋ ਕਿ ਦੂਸਰੀ ਕੰਟਰੀਜ਼ ਦੇ ਵਿੱਚ ਖੋਲੇ ਜਾਣਗੇ। ਜਿਵੇਂ ਕੋਈ ਵੀ ਜਿਹੜੀ ਪੈਰੈਂਟ ਕੰਪਨੀ ਹੈ, ਕੱਲ ਆਪਾਂ ਪੜ੍ਹਿਆ ਸੀ ਹੋਸਟ ਕੰਪਨੀ, ਹੋਮ ਕੰਟਰੀ, ਤੇ ਜਿਹੜੀ ਵੀ ਹੋਮ ਕੰਟਰੀ ਹੈ ਤੇ ਜਿਹੜੀ ਹੋਸਟ ਕੰਟਰੀ ਹੈ ਇਸ ਦੇ ਆਪਾਂ ਵਿੱਚ ਵੇਰੀਏਸ਼ਨਸ ਦੇਖਾਂਗੇ। ਇਸ ਦੇ ਵਿੱਚ ਜਿਹੜੀ ਹੋਸਟ ਕੰਟਰੀ ਹੋਏਗੀ ਐਕਚੁਅਲ ਦੇ ਵਿੱਚ ਉਹੀ ਉਸਦਾ ਬੇਸ ਬਣਾਉਂਦੀ ਹੈ, ਉਹੀ ਉਸਨੂੰ ਪ੍ਰੋਪਰਲੀ ਰੈਗੂਲੇਟ ਕਰਦੀ ਹੈ। ਤੇ ਜਿਹੜੇ ਅੱਗੇ ਬਾਕੀ A ਦੇ ਕੰਪਨੀ ਦੇ ਅੱਗੇ ਜਿਹੜੇ B, C, D, E ਇਹ ਸਭ ਇਸਦੇ ਬ੍ਰਾਂਚਸ ਖੁੱਲਣਗੇ ਜੋ ਕਿ ਦੂਸਰੀ ਕੰਪਨੀਜ਼ ਦੇ ਵਿੱਚ ਹੁੰਦੇ ਨੇ। ਇਸ ਨੂੰ ਇੱਕ ਐਗਜ਼ਾਮਪਲ ਦੇ ਥਰੂ ਕਲੈਰੀਫਾਈ ਕਰ ਦਿੰਦੀ ਹਾਂ। ਜਿਵੇਂ ਕਿ ਕੰਪਨੀ ਜੋ ਕਿ ਇੰਡੀਆ ਦੇ ਵਿੱਚ ਖੁੱਲੀ ਹੈ ਉਸਦਾ B, C, D, E ਪਾਰਟ ਜਿਹੜਾ ਹੈ ਉਹ USA, ਕੈਨੇਡਾ ਇੱਦਾਂ ਹੋਰ ਕੰਟਰੀਜ਼ ਦੇ ਵਿੱਚ ਵੀ ਜਾ ਕੇ ਖੁੱਲ ਸਕਦਾ ਹੈ। ਤਾਂ ਉਸਨੂੰ ਆਪਾਂ ਇਹ ਕੰਪਨੀ ਨੂੰ ਆਪਾਂ ਇੱਕ ਪੈਰੈਂਟ ਕੰਪਨੀ ਬੋਲਾਂਗੇ, ਮੇਨ ਕੰਪਨੀ ਬੋਲਾਂਗੇ, ਇੱਕ ਹੈਡ ਕੰਪਨੀ ਬੋਲਾਂਗੇ। ਤੇ ਜਿਹੜੇ B, C, D, E ਪਾਰਟ ਹੋ ਗਏ ਉਹ ਸਾਰੇ ਇਸਦੇ ਬ੍ਰਾਂਚਸ ਹੋ ਗਏ ਜੋ ਕਿ ਦੂਸਰੀ ਕੰਟਰੀਜ਼ ਦੇ ਵਿੱਚ ਖੁੱਲੀਆਂ ਜਾਂਦੀਆਂ ਨੇ। ਤੇ ਜਿਹੜੇ B, C, D, E ਦਾ ਕੰਮ ਹੈ ਉਸਦਾ ਕੰਮ ਦੀ ਰੈਗੂਲੇਸ਼ਨ, ਉਸਦੇ ਕੰਮ ਦੇ ਰੂਲਸ ਐਂਡ ਜਿਹੜੀ ਪॉलिसीज ਨੇ ਉਹ ਸਾਰੀ ਔਰ ਸਾਰੀ ਇਹ ਕੰਪਨੀ ਖੁਦ ਰੈਗੂਲੇਟ ਕਰੇਗੀ, ਸਾਰੀ ਇਹ ਕੰਪਨੀ ਖੁਦ ਹੀ ਉਹਨਾਂ ਦਾ ਕੰਮ ਮੈਨੇਜ ਕਰੇਗੀ। ਤੇ ਜਿਹੜੀ B, C, D, E ਦਾ ਕੰਪਨੀ ਦੀ ਜਿਹੜੀ ਗਾਈਡਲਾਈਨਸ ਹੋਣਗੀਆਂ ਉਹ ਵੀ ਉਹਨਾਂ ਦਾ ਹੈਡ ਆਫਿਸ ਹੀ ਬਣਾਏਗਾ, ਮਤਲਬ ਕਿ ਇਹ ਕੰਪਨੀ ਹੀ ਉਹਨਾਂ ਦੀ ਹੈਡ ਆਫਿਸ ਕੰਪਨੀ ਬਣ ਜਾਏਗੀ, ਠੀਕ ਹੈ। ਤੇ ਜਿਹੜਾ ਵੀ ਇਸ ਕੰਟਰੀ ਦੇ ਲਾਜ਼ ਹੋਣਗੇ, ਹੁਣ ਜਿਵੇਂ ਆਪਾਂ ਦੇਖਿਆ ਕਿ ਇਹ ਕੰਪਨੀ ਜੋ ਕਿ ਇੰਡੀਆ ਦੇ ਵਿੱਚ ਸੀ
उसके ब्रांचेस कैनेडा, USA, UK ये सब च जाके खुले, बट जी इन्हों के रूल्स एंड रेगूलेशंस हैं क्या वो इंडिया के अकॉर्डिंग वर्क करेंगे? ऑब्वियसली नहीं, क्योंकि उन्होंने ब्रांचेस दूसरी कंट्रीज जाके खुल गए ने। इस करके जोड़े US के रूल्स होंगे उही आप सिर्फ US के फॉलो करांगे, जेडे UK के रूल्स होंगे उही UK के फॉलो किए जाएंगे, कैनेडा के रूल्स होंगे उही कैनेडा के फॉलो किए जाएंगे। तो इस आप ये देखा कि जी ब्रांचेस होंदियां ने उन्होंने अपने अपने रूल्स एंड रेगूलेशंस अपनी कंट्री के हिसाब नाल ही फॉलो किए जाएंगे। तो एक ब्रांच अगर किसी होर कंट्री के खुली है उसनों आप फॉरन ब्रांच भी बोलते हाँ, क्योंकि जी भी कंट्रीज अपनी डोमैसटिकली होणगियां उन्होंने आप डोमैसटिक कंपनी बोलांगे, तो जड़ियाँ बाहर किसी होर कंट्रीज शिफ्ट हो जाएगियां उन्होंंने आप फॉरन कंपनीज बोलते हाँ। नैक्सट है जॉइंट वेंचर कंपनीज। जॉइंट वेंचर कंपनीज हुंदा की है? जॉइंट वेंचर कंपनीज नाम तो ही क्लीयर है, जॉइंट कोई कंपनीज जो कि इकट्ठे मिलकर काम कर रही हो, जॉइंटली काम कर रही हो, उन्होंने आप जॉइंट वेंचर कंपनीज कहते हाँ। जिथे बिजनेस एंटिटी दो या दो तो ज़्यादा लोग अपनी कंपनीज मिला के काम कर रहे हो उन्होंने आप जॉइंट वेंचर कंपनीज कहते हाँ। तो जी भी जॉइंट वेंचर कंपनीज होणगियां उन्हों का इको मोटिव होगा, सेम मोटिव होगा, ताही वो मिलकर काम करेंगे। इस करके आप ये कह सकते हाँ कि जी कंपनीज मिलकर काम करनगियां या जी कंपनीज मिलकर वर्क करनगियां वो जॉइंट वेंचर कंपनीज होंदियां ने। ते जिहड़ियां भी इसदियां मोटिव्स होणगे, इसका काम होगा वो सब एक दूजे ते डिपेंडेंट होगा, एक दूजे के थ्रू रेगूलेट कराया जाऊगा, एक दूजे के थ्रू सर्टिफाई कराया जाएगा, एक दूजे के थ्रू ही प्रॉपर चेक रखा जाएगा ताकि वो एक सक्सैसफुली अपना ऑर्गेनाइजेशन का जो मेन गोल है उसनों अचीव कर लें। तो इसनों भी मैं एक एग्जाम्पल के थ्रू समझाती हाँ, जिवें कि A कंपनी है तो B कंपनी है तो C कंपनी है। कदे भी आप ये नहीं देखा कि A अपने रूल्स बनाओ, B अपने रूल्स बनाओ, C अपने रूल्स बनाओ। अगर ये जॉइंट वेंचर के जैसे मैथड ਨੂੰ फॉलो कर रहे हैं तो A, B, C तिन्हां दे रूल्स सेम होंगे, तिन्हां दी वर्किंग सेम होगी, बस इन्हां दी फैक्ट्रीज या फिर इन्हां दी कंपनीज अलग होणगियां। ये तिन्हां नूं मिल के इक्को मोटिव के पिछे काम करना पएगा। अगर उन्हां दी कार मैन्युफैक्चरिंग की कंपनी है तो उन्होंने कार्स मैन्युफैक्चर के विच ही अपना पूरा फोकस देना पएगा। वो इस चीज़ तो नहीं मुकर सकते कि असी कार्स की कोई भी होर डीलिंग नहीं करांगे, क्योंकि उन्होंने जॉइंट वेंचर जैसे नाम तो अपने मैथड ऑफ अपनी जी एक्टिविटीज़ ने अपनी जड़ियाँ ऑपरेशंस ने उन्होंने एंटर हुए ने। नैक्सट है फ्रेंचाइजी होल्डर्स। फ्रेंचाइजी होल्डर्स किसी दी अपनी कंपनी दे किसी दे नाम दे उत्ते अपनी फ्रेंचाइजी ले लेना उसनों आपां फ्रेंचाइजी होल्डर्स बोलते हाँ। तो जी भी कंपनी किसी भी परसन के नाम के राइट तो किसी भी बिजनेस के नाम तो किसी भी बिजनेस के सिस्टम के नाम तो अपनी कंपनी शुरू कर दी है उसनों आपां फ्रेंचाइजी होल्डर बोलते हाँ। इसके कुछ फीचर्स आ जाती हाँ। पहला है बिजनेस राइट। जेडे कि फ्रेंचाइजी होल्डर्स होंगे ने उन्होंने जोड़े बिजनेस राइट्स होंगे ने वो फ्रेंचाइजी कंपनी नहीं डील करती, जी मेन कंपनी होएगी वही उन्होंने बिजनेस राइट्स को हैंडल करेगी। नैक्सट है फ्रेंचाइजी एग्रीमेंट। जो दो कंपनीज मिलकर किसी की फ्रेंचाइजी खरीद लेंगे ने तो उन्होंने एक एग्रीमेंट साइन किया जाता है ताकि वो आपको एक फ्रेंचाइजी को डिस्क्राइब कर सकन, अपने रूल्स एंड रेगूलेशंस उस एग्रीमेंट के स्पेसीफाई कर सकन। लास्ट है ऑनगोइंग फीस। जी भी फ्रेंचाइजी होंगी है, जो भी फ्रेंचाइजी होल्डर है उसको कुछ ना कुछ फीस पे की जाती है बाय द पेरेंट कंपनी ताकि वो अपनी सर्विसेज को वधिया तरीके नाल रेगूलेट करता रहे। लास्ट है टर्न की प्रोजेक्ट्स। टर्न की प्रोजेक्ट्स टर्न का मतलब जो अपना कोई भी प्रोजेक्ट फिनिश हो जाएगा अपनी टर्न की उस टाइम ही आप ऑफ कर देंगे, अपना उस लिमिटेड पीरियड लिए ही प्रोजेक्ट लिए जी फॉर्म शुरू की जाती है, क्योंकि इस आप जी भी की होंगी है उसनों उस टाइम ऑफ कर देंगे हाँ। मतलब पार्टनरशिप फॉर्म या कोई भी ऐसी कंपनी या जी भी जॉइंट स्टॉक कंपनी सब आप बंद कर देंगे हाँ, ताकि अपने या अपने बिजनेस को क्लोज कर देंगे हाँ, ताकि अपना ये डिस्क्राइब कर सके, अपना ये डिपिक्ट कर सके कि जी कंपनी है वो टर्न ऑफ हो चुकी है। तो जी कंपनी पूरे तरीके नाल डिलीवर करे चीज़ों को, पूरे तरीके नाल डिजाइन करे प्रोजेक्ट नू, उसनू आपां अपनी कंपनी दो अपनी टर्न की प्रोजेक्ट्स का नाम देंगे हाँ, जो कि फुली अपनी कंपनी नू होल्ड करे उसनू आपां टर्न की प्रोजेक्ट्स का नाम देंगे हाँ। इसके फीचर्स हैं कंप्लीट रिस्पॉन्सिबिलिटी। जी टर्न की प्रोजेक्ट्स हैं ये बिजनेस का काम घटा देंदियां ने, मेन जो बिजनेस होल्डर्स ने उन्होंने काम घटा देंदियां ने क्योंकि वो अपनी रिस्पॉन्सिबिलिटीज खुद ही हैंड ओवर कर लेंदे ने। रेडी फॉर ऑपरेशंस। रेडी फॉर ऑपरेशन जो भी फर्म के ऑपरेशंस होंगे, जी भी फर्म की वर्किंग होगी वो टर्न की प्रोजेक्ट्स खुद ही हैंडल करेंगे, खुद ही उसमें सारा कुछ परचेज करेंगे, खुद ही उसमें सेल करेंगे, क्योंकि वो सारा काम उन्होंने सौंप दिता जाता है। नैक्सट है प्री डिफाइंड कॉस्ट।
ਜਿਹੜੀ ਟਰਨ ਕੀ ਪ੍ਰੋਜੈਕਟਸ ਹੁੰਦੇ ਨੇ ਇਸ ਦੇ ਵਿੱਚ ਕਾਸਟ ਸਾਰੀ ਪਹਿਲਾਂ ਹੀ ਡਿਫਾਈਨ ਕਰ ਦਿੱਤੀ ਜਾਂਦੀ ਹੈ ਤਾਂ ਕਿ ਆਪਣੇ ਬਿਜ਼ਨਸ ਦੀ ਜਿਹੜੀ ਐਕਚੁਅਲ ਅਮਾਉਂਟ ਆਪਣੀ ਐਕਚੁਅਲ ਕਾਸਟ ਆਪਣੀ ਬਿਜ਼ਨਸ ਦੇ ਵਿੱਚ ਸਪੈਸੀਫਾਈ ਕਰੀ ਜਾਂਦੀ ਹੈ ਉਹ ਸਾਰਾ ਕੁਝ ਪਹਿਲਾਂ ਹੀ ਟਰਨ ਕੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੀ डिवाइड कर दी जाती है, अपनी रिवेल कर दी जाती है ताकि आप समझा सकिए कि अपनी कॉस्ट बिजनेस की की पै रही है। लास्ट है कॉमन इंडस्ट्रीज, जी टर्न की प्रोजेक्ट्स होंदियां ने वो कॉमन इंडस्ट्रीज नाल ही डील करदियां। कदे भी जी कार मैन्युफैक्चर कंपनी है वो मोटरसाइकिल मैन्युफैक्चरिंग कंपनी नाल काम नहीं करेगी, इन्हां नूं कार मैन्युफैक्चर दे पार्ट्स ही लभणे पैणगे, मतलब कार जिहड़े मैन्युफैक्चरिंग पार्ट्स ने वो एक मैन्युफैक्चरर सिर्फ और सिर्फ कार पार्ट्स से ही नाल डील करनगे। ਹੁਣ ਆਪਾਂ ਇਹ ਤਾਂ ਦੇਖਿਆ ਕਿ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਕੀ ਕੰਮ ਰਹਿੰਦੇ ਨੇ, ਕਿਸ ਹਿਸਾਬ ਨਾਲ ਇਹ ਕੰਮ ਕੀਤਾ ਜਾਂਦਾ ਹੈ, ਕਿਵੇਂ ਫੋਰਨ ਕੰਪਨੀਆਂ ਨਾਲ ਡੀਲ ਕੀਤਾ ਜਾਂਦਾ ਹੈ, ਕਿਸ ਨੂੰ ਕਿਸ ਹਿਸਾਬ ਦੇ ਨਾਲ ਨਾਮ ਦਿੱਤਾ ਜਾਂਦਾ ਹੈ। ਹੁਣ ਆਪਾਂ ਇੱਕ ਬਹੁਤ ਛੋਟਾ ਟੌਪਿਕ ਕਵਰ ਕਰਾਂਗੇ ਜਿਸ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਮਲਟੀ ਟ੍ਰਾਂਜੈਕਸ਼ਨਲ ਜਿਹੜੀ ਟ੍ਰਾਂਸਨੈਸ਼ਨਲ ਜੋ ਕੰਪਨੀਆਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ। ਆਪਾਂ ਟ੍ਰਾਂਸਨੈਸ਼ਨਲ ਕੰਪਨੀਆਂ ਤੇ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਡਿਫਰੈਂਸ ਦੇਖਾਂਗੇ ਕਿ ਕੀ ਡਿਫਰੈਂਸ ਰਿਹਾ ਹੈ ਮਲਟੀਨੈਸ਼ਨਲ ਤੇ ਟ੍ਰਾਂਸਨੈਸ਼ਨਲ ਕੰਪਨੀਆਂ। ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਉਸ ਦੇ ਵਿੱਚ ਬ੍ਰਾਂਚਸ ਦੂਸਰੀ ਜਗ੍ਹਾ ਖੁੱਲਦੀਆਂ ਨੇ, ਵੈਰਾ ਜਿਹੜੀ ਆਪਾਂ ਟ੍ਰਾਂਸਨੈਸ਼ਨਲ ਕੰਪਨੀਆਂ ਦੇਖਦੇ ਹਾਂ ਇਸ ਦੇ ਵਿੱਚ ਪ੍ਰੋਡਕਸ਼ਨ ਜਿਹੜੀ ਹੈ ਗੁੱਡਸ ਐਂਡ ਸਰਵਿਸਿਜ਼ ਦੀ, ਫੋਰਨ ਇਨਵੈਸਟਮੈਂਟਸ ਹੈ ਉਹ ਸਭ ਕੁਝ ਉੱਥੇ ਬਾਹਰ ਕੀਤੀ ਜਾਂਦੀ ਹੈ, ਕਿਸੇ ਫੋਰਨ ਕੰਟਰੀਜ਼ ਦੇ ਵਿੱਚ ਕੀਤੀ ਜਾਂਦੀ ਹੈ। ਇਹ ਅੱਗੇ ਉਹਨਾਂ ਦੀ ਬ੍ਰਾਂਚਸ ਨਹੀਂ ਖੋਲਦੇ ਬਟ ਇਹ ਉਹਨਾਂ ਤੋਂ ਇਨਵੈਸਟਮੈਂਟ ਪੂਲ ਕਰਨ ਦੀ ਜਾਂ ਉਹਨਾਂ ਦੀ ਇਨਵੈਸਟਮੈਂਟਸ ਉਹਨਾਂ ਦੇ ਫੋਰਨ ਰਿਜ਼ਰਵਸ ਕੱਢਣ ਦਾ ਤਰੀਕਾ ਹੁੰਦਾ ਹੈ। ਜਿਵੇਂ ਐਗਜ਼ਾਮਪਲਸ ਹੈ ਜਿਵੇਂ ਐਪਲ, ਮਾਈਕਰੋਸਾਫਟ, ਇਹ ਸਭ ਕੰਪਨੀਆਂ ਜਿਹੜੀਆਂ ਨੇ ਟ੍ਰਾਂਸਨੈਸ਼ਨਲ ਕੰਪਨੀਆਂ ਨੇ। ਲੋਕੀ ਇਸ ਨੂੰ ਸੇਮ ਟ੍ਰੀਟ ਕਰਦੇ ਨੇ ਕਿ ਬਾਹਰ ਉੱਥੇ ਵੀ ਬ੍ਰਾਂਚਸ ਨੇ ਇੱਥੇ ਵੀ ਬ੍ਰਾਂਚਸ ਨੇ, ਵੈਰਐਜ਼ ਇਹ ਦੋਨਾਂ ਟੋਟਲੀ ਡਿਫਰੈਂਟ ਨੇ ਕਿਉਂਕਿ ਜਿਹੜੀ ਟ੍ਰਾਂਜੈਕਸ਼ਨਲ ਕੰਪਨੀਆਂ ਨੇ ਉਸ ਦੇ ਵਿੱਚ ਆਪਾਂ ਸਾਰੀ ਡੀਲਿੰਗ ਜਿਹੜੀ ਹੈ, ਸਾਰੀ ਇਨਵੈਸਟਮੈਂਟ ਜਿਹੜੀ ਹੈ ਬਾਹਰ ਤੋਂ ਖਿੱਚਦੇ ਹਾਂ, ਬਾਹਰ ਤੋਂ ਮੰਗਵਾਉਂਦੇ ਹਾਂ। ਤੇ ਇੱਥੇ ਇਸ ਟ੍ਰਾਂਸਲੇਸ਼ਨ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਬਹੁਤ ਰੇਅਰ ਸੈਟਲਡ ਹੁੰਦੀਆਂ ਨੇ। ਜਿਹੜੀਆਂ ਇਹ ਕੰਪਨੀਆਂ ਨੇ ਜ਼ਿਆਦਾਤਰ ਬਾਹਰ ਹੀ ਖੋਲੀਆਂ ਜਾਂਦੀਆਂ ਨੇ, ਉਹ ਵੀ ਉਸ ਕੰਟਰੀਜ਼ ਦੇ ਵਿੱਚ ਜੋ ਕਿ ਜ਼ਿਆਦਾ ਸੈਟਲਡ ਹੋਣ, ਜ਼ਿਆਦਾ ਤਰੀਕੇ ਕੋਲ ਉਹਨਾਂ ਕੋਲ ਇਨਵੈਸਟਮੈਂਟ ਹੋਵੇ, ਮਤਲਬ ਇਨਵੈਸਟਮੈਂਟ ਇਨ ਦੀ ਫਾਰਮ ਆਫ ਲੈਂਡ, ਲੇਬਰ, ਕੈਪੀਟਲ। ਤਾਂ ਆਪਾਂ ਇਹ ਦੇਖਿਆ ਕਿ ਜਿਹੜੀ ਵੀ ਟ੍ਰਾਂਸਨੈਸ਼ਨਲ ਕੰਪਨੀਜ਼ ਹੈ ਉਸ ਦੇ ਵਿੱਚੋਂ ਆਪਾਂ ਬਾਹਰ ਤੋਂ ਇਨਵੈਸਟਮੈਂਟ ਮੰਗਵਾਉਂਦੇ ਹਾਂ, ਬਾਹਰ ਤੋਂ ਕੈਪੀਟਲ ਪੂਲ ਕਰਦੇ ਹਾਂ, ਬਾਹਰ ਤੋਂ ਜਿਹੜੀ ਲੈਂਡ ਦੀ ਹੈ ਉਹ ਸਭ ਕੁਛ ਆਪਾਂ ਉੱਥੋਂ ਦੀ ਬਾਏ ਕਰਦੇ ਹਾਂ ਜਾਂ ਕਹਿ ਲਓ ਖਰੀਦਦੇ ਹਾਂ। ਉਸ ਹਿਸਾਬ ਨਾਲ ਇਹਨਾਂ ਨੂੰ ਆਪਾਂ ਟ੍ਰਾਂਸਨੈਸ਼ਨਲ ਕੰਪਨੀਜ਼ ਕਹਿ ਸਕਦੇ ਹਾਂ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਡਿਸਕਸ ਕਰਿਆ ਕਿ ਜਿਹੜੇ ਵੀ ਆਪਰੇਸ਼ਨਸ ਨੇ, ਜਿਹੜੇ ਵੀ ਮੈਥਡ ਆਫ ਆਪਰੇਸ਼ਨਸ ਨੇ ਡੀਲਿੰਗ ਇਨ ਜਿਹੜੀ ਮਲਟੀਨੈਸ਼ਨਲ ਕੰਪਨੀਜ਼ ਉਹ ਕੀ ਨੇ ਤੇ ਟ੍ਰਾਂਸਨੈਸ਼ਨਲ ਕੰਪਨੀ ਤੇ ਮਲਟੀਨੈਸ਼ਨਲ ਕੰਪਨੀ ਦਾ ਡਿਫਰੈਂਸ ਕੀ ਹੈ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਸਾਰੀ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਥੈਂਕ ਯੂ ਸੋ ਮਚ।